ਇਹ ਜਿਹੜਾ ਬਿਸ਼ਨੋਈ ਜਾਂ ਕੋਈ ਜੇਲ੍ਹ 'ਚ ਹੈ ਗੈਂਗਸਟਰ ਜਿਹੜੇ ਬਣੇ ਜਿਹਨੇ ਭਾਈ ਸਿੱਧੂ ਮੂਸੇਵਾਲਾ ਦਾ ਕਤਲ ਕਰਾਉਣ ਦੇ ਵਿੱਚ ਹੱਥ ਹੈ। ਦੇਖੋ ਜੇਲ੍ਹ ਦੇ ਵਿੱਚ ਉਹਦੀ ਇੱਕ ਵੀਡੀਓ ਵਾਇਰਲ ਕਰਾ ਰਹੇ ਨੇ। ਬਿਲਕੁਲ ਗੈਰ ਕਾਨੂੰਨੀ ਕੰਮ ਇਹ ਸਰਕਾਰਾਂ ਇੱਥੇ ਭਰਾ ਮਾਰੂ ਜੰਗ ਕਰਾ ਰਹੀਆਂ ਨੇ। ਖਾਲਸੇ ਦੇ ਮੂਹਰੇ ਐਦਾਂ ਕੁਛ ਨਹੀਂ ਕਿ ਉਹ ਤਾਂ ਜਿਵੇਂ ਮਰਜ਼ੀ ਇੱਥੇ ਇੱਕ ਦੂਜੇ ਨਾਲ ਭਾਈਚਾਰੇ ਨਾਲ ਰਹਿ ਲਓ। ਜੇ ਸਾਨੂੰ ਕਿਸੇ ਸਰਕਾਰਾਂ ਦੇ ਸੰਦ ਬਣ ਕੇ ਸਿੱਖੀ ਦਾ ਕਤਲੇਆਮ ਕਰਨਾ ਚਾਹਣਗੇ ਨਾ ਤਾਂ ਸਿੱਖਾਂ ਨੇ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ। ਇਹ ਆਪਣਾ ਜਵਾਬ ਦੇਣ ਜਾਣਦੇ ਆ। ਅਬਦਾਲੀ ਵਰਗਿਆਂ ਨੂੰ, ਬੇਅੰਤ ਬੁੱਚੜ ਵਰਗਿਆਂ ਨੂੰ ਇੱਥੇ ਦਿੱਤੇ ਆ ਜਵਾਬ। ਭਾਈ ਅੰਮ੍ਰਿਤਪਾਲ ਸਿੰਘ ਦੇ ਲਾਇਸੈਂਸੀ ਹਥਿਆਰ ਜਿਹੜੇ ਆ ਉਹ ਰੱਦ ਕਰਾਉਣ ਦੀ ਮੰਗ ਉੱਠ ਰਹੀ ਆ। ਜੇ ਅਗਰ ਉਹ ਹਥਿਆਰ ਜਿਹੜੇ ਰੱਦ ਹੋ ਜਾਂਦੇ ਆ ਤੇ ਫਿਰ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਬਣ ਸਕਦਾ? ਬਿਲਕੁਲ ਜੀ। ਹੁਣ ਦੇਖੋ ਭਾਈ ਜਿਹੜਾ ਸਿੱਧੂ ਮੂਸੇਵਾਲਾ ਹੈ ਉਹਦਾ ਇਹਨਾਂ ਨੇ ਹਥਿਆਰ ਵਾਪਸ ਸਿਕਿਉਰਿਟੀ ਲਈ, ਉਹਨੂੰ ਜਨਤਕ ਕੀਤਾ। ਇਹਨਾਂ ਦੇ ਪੰਨੂ ਜਿਹੜਾ ਸਰਕਾਰੀ ਇੱਕ ਪ੍ਰੈਸ ਦਾ ਹੈਗਾ ਇਹਨਾਂ ਦਾ, ਭਗਵੰਤ ਮਾਨ ਦੀ ਸਰਕਾਰ ਦਾ, ਉਹਨਾਂ ਦਾ ਹਮਲਾ ਕਰਨ ਦਾ ਹਿਉਂ ਪੈ ਗਿਆ। ਉਹਨਾਂ ਨੇ ਦੇਖ ਲਿਆ, ਹੋ ਸਕਦਾ ਸਰਕਾਰਾਂ ਨੇ ਵੀ ਉਹਨਾਂ ਤੱਕ ਪਹੁੰਚਾਈ ਹੈ, ਕਿਉਂਕਿ ਇਹ ਤਾਂ ਗੱਲ ਕਲੀਅਰ ਹੈ। ਹੁਣ ਜੇ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ 'ਚ ਕਰਦੇ ਨੇ ਤਾਂ ਕਲੀਅਰ ਹੈ ਸਿੱਧੂ ਮੂਸੇਵਾਲੇ ਨੂੰ ਸਰਕਾਰਾਂ ਨੇ ਹੀ ਕਰਾਇਆ। ਪਹਿਲਾਂ ਉਹਦੀ ਸਿਕਿਉਰਿਟੀ ਵਾਪਸ ਲਓ ਜੀ, ਫਿਰ ਉਹਨੂੰ ਜਨਤਕ ਕਰੋ, ਫਿਰ ਉਹਨਾਂ ਦਾ ਰਾਹ ਖੋਲ੍ਹ ਦਿਓ। ਇਹਨਾਂ ਸਰਕਾਰੀ ਕਤਲ ਨੇ ਇਹ, ਜਿਵੇਂ ਭਾਈ ਦੀਪ ਸਿੱਧੂ ਦਾ ਹੋਇਆ, ਉਹਨਾਂ ਦੇ ਇੱਥੇ ਗੋਲੀ ਵੱਜੀ ਹੋਈ ਸੀ ਸਿੱਧੀ। ਬਿਲਕੁਲ ਇਹਨਾਂ ਨੇ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕਰੀ ਆ। ਫਿਰ ਇੰਨਾ ਰਾਏ ਹੁਣ ਜਦੋਂ ਉਹਦੀ ਬਰਸੀ ਉਦੋਂ ਆਉਂਦੀ ਆ, ਸਰਕਾਰਾਂ ਨੇ ਪਹਿਲਾਂ ਵਾਪਸ ਭਜਾ ਦਿੰਦੀ ਹੈ। ਇਹ ਸਾਰੀਆਂ ਸਰਕਾਰ ਦੀਆਂ ਚਾਲਾਂ ਨੇ, ਇਹ ਬਹੁਤੀ ਦੇਰ ਚੱਲਣੀਆਂ ਨਹੀਂ। ਜੇ ਸਰਕਾਰ ਇਹੋ ਜਿਹਾ ਨੁਕਸਾਨ ਸਿੱਖਾਂ ਦਾ ਕੋਈ ਕਰਵਾਉਣ ਦੀ ਕੋਸ਼ਿਸ਼ ਕਰੂਗੀ ਤਾਂ ਬਹੁਤ ਇਹਨਾਂ ਨੂੰ ਨਤੀਜੇ ਭਿਆਨਕ ਭੁਗਤਣੇ ਪੈਣਗੇ। ਇਹ ਨਹੀਂ ਕਰਨਾ ਚਾਹੀਦਾ। ਠੀਕ ਆ, ਜੇ ਕੋਈ ਵੀ ਸਰਕਾਰ ਵੋਟਾਂ ਜਿੱਤਦੀ ਆਪਣਾ ਰਾਜ ਕਰੇ, ਪਰ ਹੇਰਾਫੇਰੀ ਕਰਕੇ ਨਾ ਇਹ ਜੇ ਪੰਜਾਬ ਦੇ ਵਿੱਚ ਕਤਲੇਆਮ ਕਰਾਉਣੀ, ਰਾਸ਼ਟਰਪਤੀ ਰਾਜ ਦੀਆਂ ਗੱਲਾਂ ਕਰਨੀਆਂ, ਇਹ ਬਿਲਕੁਲ ਇਹਨਾਂ ਨੂੰ ਖਤਰਾ ਬਣ ਗਿਆ ਕਿਤੇ ਨਾ ਕਿਤੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਤੇ ਮੈਂ ਹਰਪਿੰਦਰ ਸਿੰਘ ਸੰਸੋਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਖਰੜ ਦੇ ਇੰਚਾਰਜ ਲਖਵੀਰ ਸਿੰਘ ਕੋਟਲਾ ਜੋ ਕਿ ਸਾਡੇ ਨਾਲ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜੇ ਪੰਜਾਬ ਦੇ ਹਾਲਾਤ ਜਿਹੜੇ ਸਾਡੇ ਕਿਸ ਤਰ੍ਹਾਂ ਜਾ ਰਹੇ ਨੇ ਤੇ ਜੋ ਕੌਮੀ ਇਨਸਾਫ ਮੋਰਚਾ ਲੱਗਾ ਹੈ ਉਹਦੇ ਵਿੱਚ ਕੀ ਤਬਦੀਲੀਆਂ ਆ ਰਹੀਆਂ ਨੇ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗੁਰਬਾਣੀ ਅਖੰਡ ਬਾਣੀ ਚੈਨਲ ਦਾ, ਜਿਹੜੇ ਸਾਡੇ ਇੱਥੇ ਆਏ ਨੇ ਕੌਮੀ ਇਨਸਾਫ ਮੋਰਚੇ ਦੇ ਦਫ਼ਤਰ ਦੇ ਵਿੱਚ। ਸਰ, ਕੌਮੀ ਇਨਸਾਫ ਮੋਰਚੇ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੀ ਮਜ਼ਬੂਤੀ ਆ ਰਹੀ ਹੈ? ਹਾਂਜੀ ਬਿਲਕੁਲ ਚੜ੍ਹਦੀ ਕਲਾ 'ਚ ਹੈ ਮੋਰਚਾ। ਜਿਹੜੇ ਮੁੱਦਿਆਂ ਨੂੰ ਲੈ ਕੇ ਬਾਪੂ ਜੀ ਗੁਰਚਰਨ ਸਿੰਘ ਜੀ, ਭਾਈ ਹੁਆਰਾ ਸਾਹਿਬ ਦੇ ਪਿਤਾ ਜੀ ਨੇ ਪਹਿਲੇ ਦਿਨ ਸਾਡੇ ਨਾਲ ਕੀਤਾ ਸੀ ਕਿ ਭਾਈ ਇਹ ਮੁੱਦਿਆਂ ਤੇ ਗੱਲ ਕਰਨੀ। ਆਪਾਂ ਨੇ 328 ਸਰੂਪਾਂ ਦੀ ਗੱਲ, ਜਿਹੜਾ ਬਾਦਲ ਦੇ ਰਾਜ ਦੇ ਵਿੱਚ ਸੋਹਣੀ ਕਮੇਟੀ ਜਿਹੜੀ ਉਹਨਾਂ ਦੇ ਅੰਡਰ ਹੈ, ਉਹਨਾਂ ਨੇ ਕਿਹਨੂੰ ਦਿੱਤੇ, ਕਿੱਥੇ ਗਏ, ਕਿਹੜੀ ਹਾਲਾਤ ਵਿੱਚ ਨੇ, ਉਹਨਾਂ ਦੀ ਗੱਲ। ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀ ਜਿੰਨੇ ਵੀ ਹੋਰ ਬੰਦੀ ਸਿੰਘ ਨੇ, ਜਿਹੜੇ ਕਿ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹ ਤੋਂ ਬਾਅਦ ਡਬਲ ਵੀ ਹੋ ਗਈਆਂ। ਜੇ 15 ਸਾਲ ਕੱਟਣੇ ਸੀ ਤਾਂ 30 32 ਸਾਲ ਹੋ ਗਏ। ਉਹਨਾਂ ਨੂੰ ਰਿਹਾ ਕਰਾਉਣ ਦੀ ਜਾਂ ਬਰਗਾੜੀ ਦੇ ਵਿੱਚ ਜੋ ਬੇਅਦਬੀ ਹੋਈ ਸੀ ਉਹਦਾ ਇਨਸਾਫ ਲੈਣ ਲਈ ਜਿਹੜੇ ਉੱਥੇ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕੀਤੇ ਹੈ, ਉਹਨਾਂ ਦਾ ਇਨਸਾਫ ਲੈਣ ਲਈ 4 ਮੁੱਦਿਆਂ ਦੀ ਪਹਿਲੇ ਦਿਨ ਗੱਲ ਰੱਖੀ ਸੀ। ਉਹਨਾਂ ਦੇ ਉੱਤੇ ਬਾਪੂ ਗੁਰਚਰਨ ਸਿੰਘ ਜੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚਟਾਨ ਵਾਂਗੂ ਖੜਾ ਜੀ। ਪਹਿਲੇ ਦਿਨ ਤੋਂ ਅਸੀਂ ਇੱਥੇ ਟੈਂਟ ਲਾ ਕੇ ਪਾਰਟੀ ਦੇ ਹੁਕਮਾਂ ਨਾਲ ਬੈਠੇ ਹਾਂ। ਸਰਦਾਰ ਸਿਮਰਨਜੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਸੰਗਰੂਰ ਤੋਂ, ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ, ਉਹਨਾਂ ਨੇ ਦਿੱਲੀ ਦੇ ਪਾਰਲੀਮੈਂਟ ਦੇ ਵਿੱਚ ਸਾਰੇ ਅੰਨੇ ਬੋਲੇ ਗੂੰਗੇ ਪਾਰਲੀਮੈਂਟ ਦੇ ਹੋਰ ਮੈਂਬਰ ਜਿਹੜੇ ਕਿ ਸਰਕਾਰ ਹੰਢਾਉਣ ਵਾਲੇ ਬੀਜੇਪੀ ਵਾਲੇ, ਉਹਨਾਂ ਨੂੰ ਕਲੀਅਰ ਤੇ ਸਪਸ਼ਟ ਕਿਹਾ, ਨਾਂ ਲੈ ਕੇ ਕਿਹਾ ਭਾਈ ਹੁਆਰਾ ਤੇ ਸਾਥੀਆਂ ਦੇ ਕਿ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਰਿਹਾ ਕਰਦੇ। ਜੇ ਬੀਬੀ ਬਾਨੋ ਦੇ ਕਾਤਲ ਤੁਸੀਂ ਛੱਡ ਸਕਦੇ ਹੋ, ਜਾਂ ਰਾਜੀਵ ਗਾਂਧੀ ਜੋ ਪ੍ਰਾਈਮ ਮਿਨਿਸਟਰ ਰਿਹਾ ਉਹਨਾਂ ਨੂੰ ਤੁਸੀਂ ਛੱਡ ਸਕਦੇ ਹੋ, ਰਾਇ ਦੇ ਸਕਦੇ ਹੋ, ਕਿ ਸਾਡੇ ਨਾਲ ਪੰਜਾਬ ਦੇ ਲੋਕਾਂ ਨਾਲ ਤਾਂ ਸਿੱਖਾਂ ਨਾਲ ਹੀ ਵਿਤਕਰਾ ਕਿਉਂ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉਠਾਈ ਹੈ। ਇਹ 31 ਮੈਂਬਰੀ ਜਿਹੜੀ ਇੱਕ ਤਾਲਮੇਲ ਕਮੇਟੀ ਗਠਨ ਕੀਤੀ ਗਈ ਸੀ, ਉਹਦੇ ਵਿੱਚ ਬਲਵਿੰਦਰ ਸਿੰਘ ਜੀ ਜਿਨ੍ਹਾਂ ਦਾ ਇੱਕ ਚਰਚਾ ਵਿਸ਼ਾ ਬਣਿਆ, ਜੋ ਪਿਛਲੀ ਦਿਨੀ ਉਹਨਾਂ ਨੇ ਇੱਕ ਵਿਵਾਦ ਖੜਾ ਕਰ ਦਿੱਤਾ ਕਿ ਬਰਨਾਲੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਸੀ, ਉਸ ਵਿੱਚ ਬਹੁਤ ਚਰਚਾ ਦਾ ਵਿਸ਼ਾ ਹੋਇਆ। ਕੀ ਕਾਰਨ ਬਣਿਆ ਕਿ ਉਹਨਾਂ ਨੂੰ ਇੱਕਦਮ ਆਪਣੇ ਬਿਆਨ ਕਿਉਂ ਦੇਣੇ ਪਏ?
ਦੇਖੋ ਬਲਵਿੰਦਰ ਸਿੰਘ ਦੀ ਜਿਹੜੀ ਬਿਰਤੀ ਹੈ ਅਸੀਂ ਪਹਿਲੇ ਦਿਨ ਤੋਂ ਦੇਖਦੇ ਹਾਂ, ਸ਼ੱਕੀ ਸੀਗੀ ਉਹ, ਤੇ ਨਾਲ ਇੱਕ ਰੁਪਿੰਦਰ ਹੈ। ਅੱਛਾ ਜੀ। ਇਹਨਾਂ ਨੇ ਕੋਈ ਲੋਕ ਅਧਿਕਾਰ ਜਾਂ ਕੀ ਬਣਾਈ ਹੈ, ਇਹਨਾਂ ਨੇ ਕੋਈ ਕਰਨ ਦੇ ਮਾਰਿਆਂ ਨੇ ਜਾਂ ਹਰੇਕ ਜਗ੍ਹਾ ਇੱਕ ਸੰਸਥਾ ਤਿਆਰ ਕੀਤੀ ਸੀ। ਜੋ ਵੀ ਕਰ ਲਈ ਇਹਨਾਂ ਨੇ, ਉਹ ਕਰਕੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨਾ ਸੀ। ਬਾਪੂ ਜੀ ਨੇ ਉਹਨਾਂ ਨੇ ਕਿਤੇ ਭਰੋਸੇ 'ਚ ਲੈ ਲਿਆ ਹੋਣਾ ਕਿ ਆਪਾਂ ਨੇ ਤੁਹਾਡੇ ਨਾਲ ਸਾਥ ਦੇਵਾਂਗੇ ਜੀ। ਇਹ ਜੋ ਰੁਪਿੰਦਰ ਤੇ ਬਲਵਿੰਦਰ ਸੀਗੇ, ਪਹਿਲੇ ਦਿਨ ਵੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਕੁਛ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਹੈ ਉਹ ਸ਼ੱਕੀ ਲੱਗ ਰਹੀਆਂ। ਅਸੀਂ ਬਾਪੂ ਜੀ ਤੱਕ ਵੀ ਇਹ ਗੱਲ ਪਹੁੰਚਾਈ ਸੀ, ਭਾਈ ਗੁਰਚਰਨ ਸਿੰਘ ਜੋ ਹੌਰਾ ਸਾਹਿਬ ਦੇ ਪਿਤਾ ਜੀ ਨੇ, ਪਰ ਬਾਪੂ ਜੀ ਕਹਿੰਦੇ ਵੀ ਇਹ ਸਭ ਮੇਰੇ ਨਾਲ ਚੱਲੇ ਬਹੁਤ ਨੇ, ਵੀ ਚਲੋ ਵੀ ਇਦਾਂ ਦੀ ਕੋਈ ਗਲਤੀ ਨਹੀਂ ਕਰਨਗੇ। ਪਰ ਪਹਿਲਾਂ ਬਲਵਿੰਦਰ ਨੇ ਇਹ ਬਿਆਨ ਲਾਇਆ ਸੀ 15 ਕੁ ਦਿਨ ਪਹਿਲਾਂ ਕਿ ਅਸੀਂ ਜੀ ਕੋਈ ਗੁਲਾਮ ਨਹੀਂ ਹੈਗੇ, ਸਾਨੂੰ ਕੋਈ ਆਜ਼ਾਦੀ ਨਹੀਂ ਚਾਹੀਦੀ। ਹਾਲਾਂਕਿ ਉਹ ਮੁੱਦਾ ਤਾਂ ਹੈ ਨਹੀਂ ਇੱਥੇ, ਪਰ ਇਹਨਾਂ ਨੇ ਕਿਉਂ ਚੈਨਲਾਂ ਤੇ ਇੰਟਰਵਿਊਆਂ ਦਿੱਤੀਆਂ ਕਿ ਅਸੀਂ ਗੁਲਾਮ ਨਹੀਂ, ਕਿਸੇ ਦੇ ਕਹਿਣ ਤੇ ਪਿੱਛੋਂ ਇਹਨਾਂ ਦੇ ਤਾਰਾਂ ਕਿਤੇ ਸਰਕਾਰਾਂ ਨਾਲ ਟੱਚ ਕਰਦੀਆਂ ਨੇ, ਇਹ ਤਾਂ ਕਰਕੇ ਵਿਵਾਦ ਠਾਲਦੇ ਨੇ। ਦੇਖੋ ਜੇ ਅਸੀਂ ਗੁਲਾਮ ਨਹੀਂ ਹੈਗੇ, ਫਿਰ 1947 ਤੋਂ ਬਾਅਦ ਜੋ ਸਾਡੇ ਨਾਲ ਹੋ ਰਿਹਾ ਹੈ, ਛੋਟੇ ਛੋਟੇ ਮਸਲਿਆਂ ਲਈ ਸਾਨੂੰ ਧਰਨੇ ਲਾਉਣੇ ਪੈਂਦੇ ਆ, ਜਾਂ ਸਾਡੇ ਜੋ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੁੰਦਾ ਹੈ, ਦਿੱਲੀ ਦੇ ਵਿੱਚ ਜੋ ਸਾਡੇ ਨਾਲ ਹੁੰਦਾ ਹੈ, ਹੁਣ ਜੋ ਜਗ੍ਹਾ ਜਗ੍ਹਾ ਤੇ ਸਿੱਖਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ, ਦਸਤਾਰਾਂ ਦੀ ਬੇਅਦਬੀ ਕੀਤੀ ਜਾਂਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰ-ਬਾਰ ਦੁਸ਼ਟ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਜੇ ਸਾਡਾ ਰਾਜ ਭਾਗ ਹੈ ਨਹੀਂ ਤਾਂ ਹੀ ਹੁੰਦੀ ਹੈ। ਪਾਕਿਸਤਾਨ ਦੇ ਅਸੀਂ ਇੱਜ਼ਤ ਕਰਦੇ ਹਾਂ ਉਹਨਾਂ ਦੀ, ਕੁਰਾਨ ਦੀ, ਉਹਨਾਂ ਦੇ ਧਰਮ ਦੀ, ਪਰ ਪਾਕਿਸਤਾਨ ਉਹਨਾਂ ਦਾ ਆਪਣਾ ਰਾਜ ਹੈ। ਉੱਥੇ ਪਾਕਿਸਤਾਨ ਦੇ ਵਿੱਚ ਉੱਥੇ ਕਦੇ ਸੁਣਿਆ ਕਿ ਬੇਅਦਬੀ ਹੋਈ ਕੁਰਾਨ ਦੀ? ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਰਾਜ ਹੈ ਬਹੁਗਿਣਤੀ ਦਾ, ਅਸੀਂ ਇੱਜ਼ਤ ਕਰਦੇ ਹਾਂ ਸਾਰੇ ਧਰਮਾਂ ਦੀ। ਉਰੇ ਕਿਤੇ ਗੀਤਾ ਦੀ ਜਾਂ ਹੋਰ ਕੋਈ ਜਿਹੜੇ ਇਹਨਾਂ ਦੇ ਸਤਿਕਾਰਯੋਗ ਧਾਰਮਿਕ ਗ੍ਰੰਥ ਨੇ, ਕਦੇ ਸੁਣਿਆ ਇੱਥੇ ਬੇਅਦਬੀ ਹੋਈ? ਸਿਰਫ ਕਿਉਂਕਿ ਅਸੀਂ ਸਟੇਟਲੈਸ, ਸਾਡਾ ਕੋਈ ਰਾਜ ਭਾਗ ਨਹੀਂ ਹੈਗਾ, ਇਸ ਕਰਕੇ ਸਾਡੇ ਬੇਅਦਬੀਆਂ ਹੁੰਦੀਆਂ। ਇਸ ਕਰਕੇ ਇਹ ਕਹਿੰਦਾ ਜੀ ਅਸੀਂ ਗੁਲਾਮ ਨਹੀਂ ਹੈਗੇ, ਸਾਨੂੰ ਕੋਈ ਕਿਹੜੇ ਖਾਲਸਾ ਦੀਆਂ ਤੁਸੀਂ ਗੱਲਾਂ ਕਰਦੇ ਆ, ਕਿਹੜੀ ਆਜ਼ਾਦੀ ਦੀਆਂ ਕਰਦੇ ਆ, ਸਾਨੂੰ ਨਹੀਂ ਚਾਹੀਦਾ। ਇਹਨੇ ਪਹਿਲਾਂ ਵੀ ਵੇਲਾ ਠਾਲਿਆ ਸੀ, ਉਦੋਂ ਵੀ ਅਸੀਂ ਗੱਲ ਕੀਤੀ। ਜਿਹੜੀ 31 ਮੈਂਬਰੀ ਕਮੇਟੀ ਆ ਉਹਨਾਂ ਕੋਲੇ ਅਸੀਂ ਪਹੁੰਚੇ, ਪੇਸ਼ ਹੋਏ, ਕਿਉਂਕਿ ਅਸੀਂ ਕਮੇਟੀ ਨੂੰ ਬਾਹਰੋਂ ਸਪੋਰਟ ਦੇ ਰਹੇ ਹਾਂ। ਸਾਨੂੰ ਇਹਨਾਂ ਨੇ ਲਾਇਕ ਨਹੀਂ ਸਮਝਿਆ ਕਮੇਟੀ 'ਚ ਮੈਨੂੰ ਇਹਨਾਂ ਨੇ ਰੱਖਣ ਦਾ। ਸਾਡੇ ਨਾਂ ਲਿਖੇ ਸੀ ਇਹਨਾਂ ਨੇ ਕੱਢ ਕੁੱਟ ਤੇ ਕਿਸੇ ਲੋੜ, ਪਰ ਅਸੀਂ ਤਾਂ ਖੜੇ ਰਹਿਣਾ, ਅਸੀਂ ਤਾਂ ਕੌਮ ਦੇ ਮਸਲੇ ਆ, ਸਾਨੂੰ ਕੋਈ ਕਮੇਟੀਆਂ ਤਾਂ ਹੈ ਨਹੀਂ। ਅਸੀਂ ਸਲਾਹ ਵੈਸੇ ਦੇ ਆਉਨੇ ਜਾ ਕੇ, ਅਸੀਂ ਉਹ ਵੀ ਸਲਾਹ ਦਿੱਤੀ ਸੀ ਵੀ ਦੇਖੋ ਇਹ ਗਲਤ ਕੀਤਾ, ਚਲੋ ਕਿਸੇ ਲੋਟ ਉਹ ਯੂ ਟਰਨ ਮਾਰ ਕੇ ਬਾਪੂ ਜੀ ਕੋਲ ਗੁਪਤ ਤੌਰ 'ਤੇ ਉਹਨੇ ਮਾਫੀ ਮੰਗ ਲਈ ਹੋਊਗੀ। ਉਹ ਫਿਰ ਉਹਨੇ ਸਲੋਅ ਕਰ ਲਿਆ ਆਪਣੀ ਸਪੀਡ, ਜਿਹੜੀ ਕੌਮ ਵਿਰੋਧੀ ਗਤੀਵਿਧੀਆਂ ਸੀ। ਹੁਣ ਉਹਨੇ ਫਿਰ ਜ਼ਹਿਰ ਉਗਲਿਆ ਭਾਈ ਅਮਰਤਪਾਲ ਸਿੰਘ ਜੀ ਦੇ ਵਿਰੁੱਧ ਕਿ ਉਹਨਾਂ ਨੂੰ ਜੀ ਐ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਨੂੰ ਐ ਨਹੀਂ ਸੀ ਕਰਨਾ ਚਾਹੀਦਾ। ਤਾਂ ਕੋਈ ਮੁੱਦਾ ਨਹੀਂ ਇੱਥੇ ਹੈਗਾ, ਕੌਮੀ ਇਨਸਾਫ ਮੋਰਚੇ ਤੋਂ ਮੁੱਦੇ ਨਹੀਂ ਸੀ। ਜੇ ਭਾਈ ਅਮਰਤਪਾਲ ਸਿੰਘ ਜੀ ਅੱਜ ਨੌਜਵਾਨਾਂ ਨੂੰ ਜਿਹੜੇ ਕਿ ਨਸ਼ਿਆਂ ਵਿੱਚ ਗਲਤ ਹੋਈ ਵੀ ਹੈ, ਸਾਡੇ ਪੰਜਾਬ ਦੀ ਰੋਜ਼ 2, 4, 5 ਖਬਰਾਂ ਹੁੰਦੀਆਂ, ਨੌਜਵਾਨ ਓਵਰਡੋਜ਼ ਦੇ ਨਾਲ ਮੌਤ ਦੇ ਘਟ ਜਾਂਦੇ ਨੇ। ਉਹਨਾਂ ਦਾ ਨਸ਼ਾ ਛਡਾਉਣ ਦੇ ਲਈ ਉਹਨਾਂ ਨੇ ਆਪਣੀਆਂ ਸੰਸਥਾਵਾਂ ਖੋਲ੍ਹਤੀਆਂ। ਅੰਮ੍ਰਿਤ ਦਾ ਜਿਹੜਾ ਕੰਮ ਸੀਗਾ ਬਾਦਲ ਕਿਆਂ ਦਾ, ਜਿਨ੍ਹਾਂ ਦੇ ਅੰਡਰ ਸ਼੍ਰੋਮਣੀ ਕਮੇਟੀ ਹੈ, ਉਹਨਾਂ ਨੇ ਛਕਾਉਣਾ ਸੀ, ਉਹਨਾਂ ਨੇ ਪ੍ਰਚਾਰ ਕਰਨਾ ਸੀ, ਉਹਨਾਂ ਨੇ ਕੀਤਾ ਨਹੀਂ। ਭਾਈ ਅਮਰਤਪਾਲ ਸਿੰਘ ਨੇ ਜ਼ਿੰਮੇਵਾਰੀ ਲੈ ਲਈ, ਉਹਨਾਂ ਨੇ ਵੱਖ-ਵੱਖ ਜਗ੍ਹਾ ਪ੍ਰੋਗਰਾਮ ਰੱਖੇ ਆਪਣੇ ਖਾਲਸਾ ਵਹੀਰ ਦੇ, ਉਹਨਾਂ ਨੇ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ। ਇਹ ਜਿਹੜੇ ਕਾਮਰੇਡ ਲੋਕ ਹੈ, ਇਹਨਾਂ ਦਾ ਪਿਛੋਕੜ ਕਾਮਰੇਡ ਰੁਪਿੰਦਰ ਤੇ ਬਲਵਿੰਦਰ ਵਰਗਿਆਂ ਦਾ, ਇਹਨਾਂ ਨੇ ਤਾਂ ਕਰਕੇ ਇਹ ਭਾਈ ਅਮਰਤਪਾਲ ਦਾ ਵਿਰੋਧ ਕੀਤਾ। ਜੇ ਅੰਮ੍ਰਿਤ ਛਕਾਉਂਦਾ ਉਹ ਤੇ ਇਹਨਾਂ ਨੂੰ ਕੀ ਹੈ? ਇਹ ਤਾਂ ਆਪਣੇ ਗੱਲ ਇੱਥੇ ਇੱਥੋਂ ਦੇ ਮਸਲਿਆਂ ਦੀ ਕਰਨ, ਹੋਰ ਉੱਪਰਲੀਆਂ ਪਰਲੀਆਂ ਗੱਲਾਂ। ਕਮਿਊਨਿਸਟ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਕਮਿਊਨਿਸਟ ਆ ਉਹ ਕੀ ਸਿੱਖ ਨਹੀਂ ਮੰਨਦੇ, ਆ ਜਥੇਦਾਰ ਸਾਨੂੰ ਸਿੱਖ ਕਿਉਂ ਨਹੀਂ ਮੰਨਦੇ? ਬਿਲਕੁਲ ਜੀ, ਕਮਿਊਨਿਸਟਾਂ ਦੇ ਵਿੱਚ ਜਦੋਂ ਕੋਈ ਸਿੱਖ ਹੁੰਦਾ ਨਾ, ਸਿੱਖ ਨੇ ਤਾਂ ਮੰਨਣਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜੋ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਕਹਿੰਦੀ ਹੈ ਉਹਨੂੰ ਮੰਨਣਾ ਹੁੰਦਾ। ਜੇ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਮਰਿਆਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨੂੰ ਕੇਵਲ ਮੱਥਾ ਟੇਕ ਲੈਂਦਾ ਹੈ, ਉਹ ਤਾਂ ਫਿਰ ਪੱਥਰ ਪੂਜਾ ਹੀ ਹੋਗੀ। ਜਿਹੜੇ ਉਹਦੇ ਵਿੱਚ ਸ਼ਬਦ ਲਿਖੇ ਹੋਏ ਨੇ ਕਿ ਜੋ ਪਾਥਰ ਕੋ ਕਹਤੇ ਦੇਵ, ਇਹ ਜਿਹੇ ਸ਼ਬਦ ਨੇ ਜਿਹੜੇ ਪੱਥਰ ਪੂਜਾ, ਬੁੱਤ ਪੂਜਾ ਬਾਰੇ। ਜੇ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਉਲਟ ਜਾ ਕੇ ਜਾਂ ਦੇਹਧਾਰੀਆਂ ਦੇ ਡੇਰਿਆਂ ਤੇ ਨੱਕ ਰਗੜੂਗਾ, ਫਿਰ ਉਹ ਥੋੜੀ ਸਿੱਖ ਹੋ ਸਕਦਾ ਜੀ। ਉਹ ਕਿਵੇਂ ਉਹ ਕਹੀ ਜਾਣਾ ਜੀ ਅਸੀਂ ਵੀ ਸਿੱਖ ਹਾਂ, ਅਸੀਂ ਵੀ ਸਿੱਖ ਹਾਂ। ਕੋਈ ਪਗੜੀ ਤਾਂ ਸਿਰ 'ਚ ਪਸਾਈ ਹੋ ਸਕਦੀ ਹੈ ਨਾ ਲੋਕਾਂ ਦੇ। ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਦੇ ਸੰਦ ਬਣ ਕੇ ਚੱਲੇ ਨੇ, ਇਹਨਾਂ ਨੇ ਉਹਨਾਂ ਤੋਂ ਵਾਇਰਲੈਸਾਂ ਲਈਆਂ,
ਉਹਨਾਂ ਤੋਂ ਅਸਾਲਟਾਂ ਲਈਆਂ। ਸਾਡੇ ਸੰਘਰਸ਼ ਕਰਨ ਵਾਲੇ ਸਿੱਖਾਂ ਦੀਆਂ ਇਹਨਾਂ ਨੇ ਸੂਹਾਂ ਦੇ ਕੇ ਉਹਨਾਂ ਨੂੰ ਮਾਰਿਆ ਤੇ ਮਰਵਾਇਆ ਸਰਕਾਰਾਂ ਤੋਂ। ਇਸ ਕਰਕੇ ਇਹ ਕਿਵੇਂ ਕਹਿੰਦੇ ਨੇ ਸਿੱਖ ਨੇ, ਇਹ ਤਾਂ ਸੈਂਟਰ ਦਾ ਹਮੇਸ਼ਾ ਸੰਦ ਬਣ ਕੇ ਚੱਲੇ ਨੇ। ਇਸ ਕਰਕੇ ਇਦਾਂ ਦੇ ਸਿੱਖ ਨਹੀਂ। ਸਿੱਖ ਹੁੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਕੇ ਉਹਦੀ ਮਰਿਆਦਾ, ਜਿਹੜਾ ਕੋਈ ਜਦੋਂ ਕਿਸੇ ਦੀ ਧੀਆਂ ਭੈਣਾਂ ਦੀ ਰੱਖਿਆ ਕਰਨ ਵਾਲਾ, ਕਿਸੇ ਪਰ ਸਿੱਖਾਂ ਦੇ ਹੱਕ ਵਿੱਚ ਆਵਾਜ਼ ਉਠਾਵੇ, ਸਿੱਖਾਂ ਉਹ ਹੁੰਦਾ ਸਿੱਖ ਜਿਹੜਾ ਖੜ ਜਵੇ। ਇਹ ਤਾਂ ਲੋਕ ਜਦੋਂ ਜਿਹੜਾ ਜੇ ਦੇਖਿਆ ਉਹਦੇ ਨਾਲ ਤੁਰ ਪੈਂਦੇ ਨੇ, ਪਹਿਲਾਂ ਵਿੱਚ ਆ ਜਾਂਦੇ ਨੇ, ਬਾਅਦ ਚ ਵਿਰੋਧ ਕਰਨ ਲੱਗ ਜਾਂਦੇ ਨੇ। ਵਰਿੰਦਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਖਾਲਿਸਤਾਨ ਦੀ ਆਪਾਂ ਮੰਗ ਕਰਦੇ ਹਾਂ, ਜਿੱਦਾਂ ਸਰਦਾਰ ਸਿਮਰਜੀਤ ਸਿੰਘ ਖੁੱਲ੍ਹ ਕੇ ਖਾਲਿਸਤਾਨ ਦੀ ਮੰਗ ਕਰਦੇ ਨੇ, ਇਸ ਤਰ੍ਹਾਂ ਕਈ ਜਥੇਦਾਰ ਵੀ ਕਹਿੰਦੇ ਨੇ ਕਿ ਸਾਨੂੰ ਖਾਲਿਸਤਾਨ ਨਹੀਂ, ਖਾਲਸਾ ਰਾਜ ਚਾਹੀਦਾ। ਦੇਖੋ, ਜਿਹੜੇ ਜਥੇਦਾਰ ਕਾਫੀ ਕਹਿੰਦੇ ਨੇ, ਸਾਡੇ ਕੋਲ ਵੀ ਆ ਕੇ ਕਹਿੰਦੇ ਨੇ, ਉਹ ਖਾਲਸਾ ਰਾਜ ਲੈ ਕੇ ਦੇ ਦੇਣ, ਕੋਈ ਗੱਲ ਨਹੀਂ, ਉਹਦਾ ਖਾਲਿਸਤਾਨ ਬਣਾ ਲਾਂਗੇ, ਕੁਛ ਤਾਂ ਕਰਨ। ਇਹ ਨਾ ਹੋਵੇ ਕਿ ਸਰਕਾਰ ਦੇ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਜਿਹੜੇ ਸੰਘਰਸ਼ੀ ਲੋਕ ਸੀਗੇ, ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀ, ਉਹ ਤਾਂ ਜਦੋਂ ਪੇਛੀ ਤੇ ਆਉਂਦੇ ਨੇ ਉਦੋਂ ਵੀ ਖਾਲਸਾ ਦੇ ਨਾਅਰੇ ਲਾਉਂਦੇ ਨੇ। ਜਿਹੜੇ ਹਜ਼ਾਰਾਂ ਨੌਜਵਾਨ ਸ਼ਹੀਦ ਕਰਤੇ ਸਰਕਾਰਾਂ ਨੇ, ਇਸ ਸੰਘਰਸ਼ ਵਿੱਚ ਸ਼ਹੀਦ ਹੋ ਗਏ, ਉਹ ਤਾਂ ਖਾਲਿਸਤਾਨ ਲਈ ਹੋਏ ਨੇ, ਉਹਨਾਂ ਲਈ ਉਹ ਮੋਰਚਾ ਲੱਗਿਆ ਉਹਨਾਂ ਨੂੰ ਛਡਾਉਣ ਲਈ। ਇਹ ਡਬਲ ਨੀਤੀ ਥੋੜੀ ਹੋ ਜੂਗੀ ਕਿ ਉਹਨਾਂ ਦੀ ਮੰਗ ਤਾਂ ਹੈਗੀ ਆ ਖਾਲਿਸਤਾਨ ਦੀ, ਜਿਹੜੇ ਅੰਦਰ ਬੈਠੇ ਜਿਨ੍ਹਾਂ ਨੂੰ ਆਪਾਂ ਛਡਾਉਣ ਦੀ ਗੱਲ ਕਰਦੇ ਹਾਂ, ਤੇ ਆਪਾਂ ਇਹ ਕਹੀ ਜਾਣਾ, ਗੋਲ ਮੋਲ ਗੱਲਾਂ ਕਰੀ ਜਾਣੀਆਂ। ਦੇਖੋ, ਬਹੁਤ ਧੰਨਵਾਦ ਜੇ ਕੋਈ ਖਾਲਸਾ ਰਾਜ ਵੀ ਲੈ ਕੇ ਦਿੰਦਾ ਹੈ। ਜੇ ਸਾਡਾ ਰਾਜ ਬਣਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਤਾਂ ਸਾਨੂੰ ਜ਼ਮੀਨਾਂ ਦੇ ਮਾਲਕ ਸਾਡੇ ਫਰਦਾਂ ਦੇ ਵਿੱਚ ਨਾ ਆਏ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤਾਂ ਕਿਤੇ ਜਾ ਕੇ ਇਹ ਜੋ ਜਿਹੜੀਆਂ ਜਾਇਦਾਦਾਂ ਗੁਰੂ ਘਰਾਂ ਦੇ ਨਾਂ ਲੱਗੀਆਂ, ਜਿੰਨਾ ਵੀ ਹੋਇਆ, ਜੇ ਆਪਣਾ ਰਾਜਾ ਤਾਂ ਹੋਇਆ ਸੀ। ਜੇ ਉਹਨਾਂ ਦਾ ਵੈਲਕਮ ਹੈ, ਧੰਨਵਾਦ ਹੈ, ਜਿਹੜੇ ਖਾਲਸਾ ਰਾਜ ਵੀ ਲੈ ਕੇ ਦੇਣਾ ਚਾਹੁੰਦੇ ਆ, ਉਹਨੂੰ ਆਪੇ ਵਧਾ ਕੇ ਜਾਂ ਨਾਂ ਬਦਲੀ ਕਰਾ ਲਾਂਗੇ, ਕੋਈ ਜਿਹੀ ਗੱਲ ਨਹੀਂ। ਸਰਦਾਰ ਸਿਮਰਨਜੀਤ ਸਿੰਘ ਮਾਨ ਲਗਾਤਾਰ ਲੱਗੇ ਹੋਏ ਨੇ, ਉਹਨਾਂ ਨੇ ਇਲੈਕਸ਼ਨਾਂ ਵੀ ਇਸੇ ਮੁੱਦੇ ਤੇ ਲੜਦੇ ਨੇ, ਕੋਈ ਇਹਦੇ 'ਚ ਸ਼ੱਕ ਨਹੀਂ ਹੈਗਾ। ਅੱਜ ਜਿਸ ਤਰ੍ਹਾਂ ਦਾ ਵੀ ਜਿੰਨੇ ਵੀ ਕਿਸੇ ਦੇ ਲੱਤਾਂ ਜਾਨ ਹੈ ਉਹ ਕਰੀ ਜਾਵੇ, ਪਰ ਇਹ ਨਾ ਹੋਵੇ ਜਿਹੜੇ ਖਾਲਿਸਤਾਨ ਲਈ ਲੜਦੇ ਉਹਨਾਂ ਦੀਆਂ ਲੱਤਾਂ ਖਿੱਚਣ ਲੱਗ ਜਾਓ। ਭਾਈ ਅਮਰਤਪਾਲ ਸਿੰਘ ਦਾ ਵਿਰੋਧ ਕਰਨਾ, ਕਾਮਰੇਡਾਂ ਦਾ ਬਿਲਕੁਲ ਇਹਨਾਂ ਦਾ ਸਰਕਾਰ ਦੇ ਪੱਖ 'ਚ ਭੁਗਤਣਾ ਸੀ। ਭਾਈ ਅਮਰਤਪਾਲ ਸਿੰਘ ਬਿਲਕੁਲ ਧਾਰਮਿਕ, ਜੋ ਅੰਮ੍ਰਿਤ ਛਕਾਉਣਾ ਜਾਂ ਨਸ਼ਿਆਂ ਦੇ ਵਿਰੁੱਧ ਖੜਨਾ, ਉਹ ਬਿਲਕੁਲ ਸਹੀ ਕੰਮ ਕਰ ਰਹੇ ਨੇ ਜੀ। ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ, ਸਾਰੇ ਨੌਜਵਾਨੀ ਖੜੀ ਹੈ। ਇਸ ਕਰਕੇ ਬਲਵਿੰਦਰ ਨੂੰ ਤੇ ਰੁਪਿੰਦਰ ਵਰਗੇ ਕਾਮਰੇਡਾਂ ਨੂੰ ਇਹਦਾ ਫਿਕਰ ਨਹੀਂ ਕਰਨਾ ਚਾਹੀਦਾ। ਪਹਿਲਾਂ ਵੀ ਆਪਣੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਵਹੀਰ ਸ਼ੁਰੂ ਕੀਤੀ ਸੀ, ਤੇ ਉਹ ਤੋਂ ਸੰਗਤਾਂ ਕਾਫੀ ਪ੍ਰਭਾਵਿਤ ਹੋਈਆਂ ਕਿ ਜਿਹੜੇ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਨਸ਼ਿਆਂ 'ਚ ਦਲਦਲ ਹੋਈ ਪਈ ਸੀ, ਉਹ ਤੋਂ ਹਜ਼ਾਰਾਂ ਜਿਹੜੇ ਹਿੰਦੂ ਵੀਰਾਂ ਨੇ ਵੀ ਜਾਂ ਜਿਹਨਾਂ ਕਟਿੰਗ ਹੋਈ ਸੀ ਉਹਨਾਂ ਨੂੰ ਵੀ ਅੰਮ੍ਰਿਤ ਛਕ ਲਿਆ, ਤੇ 19 ਤਰੀਕ ਨੂੰ ਫਿਰ ਖਾਲਸਾ ਵਹੀਰ ਸ਼ੁਰੂ ਹੋ ਗਈ ਆ। ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ? ਬਿਲਕੁਲ ਜੀ, ਖਾਲਸਾ ਵਹੀਰ ਦਾ ਚੱਲਣਾ ਪਹਿਲਾਂ ਵੀ ਚੱਲੀ ਹੈ। ਉਹ ਤਾਂ ਗੁਰੂ ਦੇ ਲੜ ਲਾ ਰਹੇ ਨੇ, ਤੇ ਮਾਮਾ ਆ ਕੇ ਰੋ ਰਹੀਆਂ, ਸਾਡੇ ਪੁੱਤ ਨਸ਼ਿਆਂ 'ਚ ਗਲਤਾਨ ਹੈ, ਸਾਡਾ ਭਤੀਜਾ ਹੈ, ਤੇ ਤੁਸੀਂ ਇਹਨਾਂ ਦਾ ਜੀਵਨ ਸੁਧਾਰੋ। ਉਹ ਤਾਂ ਬਹੁਤ ਚੰਗੀ ਗੱਲ ਆ। ਅਸੀਂ ਤਾਂ ਹਰੇਕ ਜਗ੍ਹਾ ਉਹਨਾਂ ਦਾ ਸਵਾਗਤ ਪਾਰਟੀ ਵੱਲੋਂ ਵੀ ਕਰਦੇ, ਨਾਲ ਸ਼ਾਮਲ ਵੀ ਹੁੰਦੇ ਆ, ਤਾਂ ਬਹੁਤ ਚੰਗੀਆਂ ਗੱਲਾਂ ਨੇ। ਪਰ ਜਿਹੜੇ ਕਾਂਗਰਸੀ ਲੀਡਰ ਕਹਿ ਲਈਏ ਜਾਂ ਵਿਰੋਧੀ ਪਾਰਟੀਆਂ ਕਹਿ ਰਹੀਆਂ, ਜਿਹੜੀਆਂ ਕਹਿੰਦੇ ਕਿ ਅਸੀਂ ਜੇ ਭਾਈ ਅੰਮ੍ਰਿਤਪਾਲ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ, ਤੇ ਅਸੀਂ ਸੜਕਾਂ 'ਤੇ ਉਤਰਾਂਗੇ, ਅਸੀਂ ਧਰਨੇ ਮੁਜ਼ਾਹਰੇ ਕਰਾਂਗੇ। ਇਹਦੇ ਵਿੱਚ ਕੀ ਕਹਿਣਾ? ਦੇਖੋ, ਜਿਹੜਾ ਤੁਸੀਂ ਕਾਂਗਰਸੀਆਂ ਦੀ ਗੱਲ ਕਰਦੇ ਹੋ, ਰਾਜੇ ਵੜਿੰਗ ਵਰਗੇ ਜਿਹੜੇ ਕਿ ਇੰਦਰਾ ਗਾਂਧੀ ਦਾ ਟੀ-ਸ਼ਰਟਾਂ ਪਾਉਂਦੇ, ਜਿਨ੍ਹਾਂ ਦੇ ਸਾਡੇ ਬੱਚੇ ਕੋਹ ਕੇ ਮਾਰੇ ਜਿਨ੍ਹਾਂ ਲੋਕਾਂ ਨੇ, ਜਾਂ ਦੂਜਾ ਰਵਨੀਤ ਬਿੱਟੂ ਜਿਹਦੇ ਦਾਦੇ ਨੇ ਪੰਜਾਬ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ, ਬੇਅੰਤ ਬੁੱਚੜ ਨੇ, ਜਿਨ੍ਹਾਂ ਨੇ ਨਿਹੰਗ ਨਕਲੀ ਪੂਲੇ ਵਰਗਿਆਂ ਤੋਂ ਜਾਂ ਸਮੇਤ ਸ਼ੈਣੀ KPS ਗਿੱਲ ਵਰਗਿਆਂ ਤੋਂ ਸਾਡੀ ਨੌਜਵਾਨੀ ਦਾ ਘਾਣ ਕਰਵਾਇਆ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇੱਦਾਂ ਦੇ ਬਿਆਨ ਨਾ ਲਾਓ। ਇਹ ਕੋਈ ਚੰਗੇ ਨਹੀਂ ਹੁੰਦੇ। ਤੁਸੀਂ ਆਪਣਾ ਪਿਛਲਾ ਇਤਿਹਾਸ ਪੜ੍ਹ ਲਓ। ਕੋਈ ਐਡੇ ਸਿੱਖ ਐਡੇ ਉਹ ਵੀ ਨਹੀਂ ਹੈਗੇ ਕਿ ਇਹਨਾਂ ਦੀ ਜ਼ਮੀਰ ਮਰ ਗਈ, ਜ਼ਮੀਰ ਜਿਉਂਦੀ ਹੈ। ਇੱਦਾਂ ਦੇ ਪੁੱਠੇ ਬਿਆਨ ਨਾ ਲਾਉਣ। ਇਹ ਗੁਰੂ ਦੇ ਕੰਮ ਹੈ, ਜਿਹੜੇ ਗੁਰੂ ਸਾਹਿਬ ਦੇ ਕੰਮ ਹੈ, ਜਿਹੜੇ ਸਿੱਖੀ ਦੇ ਕੰਮ ਹੈ, ਅੰਮ੍ਰਿਤ ਛਕਾਉਣੇ ਜਾਂ ਨਸ਼ੇ ਛਡਾਉਣੇ, ਚੰਗੇ ਕੰਮ ਕਰਨੇ, ਇਹਦੇ ਵਿੱਚ ਜ਼ਿਆਦਾ ਉਹ ਆਪਣੀ ਨਾ ਦਿਖਾਉਣ। ਉਹ ਆਪਣਾ ਵੋਟ ਬੈਂਕ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੇ ਹੁਣ ਸਫਲ ਨਹੀਂ ਹੋਣਾ। ਹਿੰਦੂ ਭਾਈਚਾਰਾ ਵੀ ਸਮਝ ਗਿਆ ਉਹਨਾਂ ਨੂੰ, ਸਾਰੇ ਲੋਕ ਸਮਝ ਗਏ ਕਿ ਇਹ ਹੁਣ ਤਾਂ ਅੱਗੇ ਅਖਬਾਰਾਂ 'ਚ ਖਬਰ ਆਉਂਦੀ ਸੀ, ਹੁਣ ਤਾਂ ਸੋਸ਼ਲ ਮੀਡੀਆ ਤੇ ਕੱਲੀ ਖਬਰ ਇੱਥੇ ਸ਼ੁਰੂ ਹੋਣੀ ਹੈ, ਬਾਹਰ ਲੈਵਲ ਤੇ ਪਹੁੰਚ ਜਾਣੀ ਹੈ ਸੋਸ਼ਲ ਮੀਡੀਆ ਦੇ ਰਾਹੀਂ। ਹੁਣ ਉਹ ਕੰਮ ਨਹੀਂ ਰਿਹਾ ਕਿ ਕੋਈ ਸਰਕਾਰੀ ਪ੍ਰੈਸ ਜਾਂ ਪ੍ਰਿੰਟਿੰਗ ਪ੍ਰੈਸ ਜਿਹੜੇ ਇਹਨਾਂ ਦੇ ਅੰਡਰ ਚੱਲਦੇ ਸੀ, ਇਹ ਸੈਂਸਰ ਲਾ ਦਿੰਦੇ ਸੀ। ਹੁਣ ਉਹ ਕੰਮ ਨਹੀਂ ਰਿਹਾ। ਹੁਣ ਜਿਸ ਤਰ੍ਹਾਂ ਜਦੋਂ ਵੀ ਭਾਈ ਅਮਰਤਪਾਲ ਸਿੰਘ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਕਦੇ ਆਵਾਜ਼ ਦਿੰਦੇ ਨੇ, ਜਿਸ ਤਰ੍ਹਾਂ ਸੰਗਤ ਨੂੰ
ਭਾਈ ਅੰਮ੍ਰਿਤਪਾਲ ਨੇ ਆਵਾਜ਼ ਦਿੱਤੀ, ਲੱਖਾਂ ਦੀ ਗਿਣਤੀ 'ਚ ਇਕੱਠ ਜਦੇ ਹੋ ਜਾਂਦਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜੋ ਵੀ ਸਪੀਚਾਂ, ਜੋ ਵੀ ਉਹਨਾਂ ਦਾ ਏਜੰਡਾ ਸੀ ਸੰਗਰੂਰ ਦੇ ਵਿੱਚ, ਉਹਨਾਂ ਨੇ ਲੋਕਾਂ ਨੇ ਬੜੇ ਸੌਖੇ ਤਰੀਕੇ ਨਾਲ ਚੰਗੀਆਂ ਵੋਟਾਂ ਤੇ ਉਹਨਾਂ ਨੂੰ ਜਿਤਾਇਆ। ਜਦੋਂ ਕਿ 92 MLA ਇੱਕ ਪਾਸੇ ਸੀ, ਮੁੱਖ ਮੰਤਰੀ ਸੀ, ਦਿੱਲੀ ਦਾ ਮੁੱਖ ਮੰਤਰੀ ਸੀ। ਹੁਣ ਨਹੀਂ ਉਹ ਗੱਲਾਂ ਚੱਲਣੀਆਂ ਇਹਨਾਂ ਦੀਆਂ ਜੋ ਚਾਲਾਂ ਚੱਲਦੇ ਨੇ, ਜਿਹੜਾ ਕਿ RSS ਜਾਂ ਹੋਰ ਸਾਰੀਆਂ ਸੈਂਟਰ ਤੋਂ ਥਾਪੜਾ ਲੈ ਕੇ ਇੱਥੇ ਪੰਜਾਬ ਦਾ ਘਾਣ ਕਰਨ ਵਾਲੇ ਲੋਕ ਨੇ। ਹੁਣ ਉਹਨਾਂ ਦੇ ਚਾਲਾਂ ਵਿੱਚ ਲੋਕਾਂ ਨੇ ਨਹੀਂ ਆਉਣਾ। ਇੱਥੇ ਜੋ ਸਾਡਾ ਸਿੱਖੀ ਦਾ ਇੱਥੇ ਥੰਮ ਹੈ ਪੰਜਾਬ, ਉੱਥੇ ਸਿੱਖੀ ਰਾਜ ਕਰਨਗੇ ਜੀ। ਇਹਨਾਂ ਦਾ ਲੋਕਾਂ ਦੇ ਹੁਣ ਚੱਲ। ਲਖਵੀਰ ਜੀ, ਜਿਸ ਤਰ੍ਹਾਂ G20 ਚੱਲ ਰਿਹਾ ਹੁਣ ਮਨੁੱਖੀ ਅਧਿਕਾਰਾਂ ਦਾ, 20 ਦੇਸ਼ਾਂ ਦੇ ਜਿਹੜੇ ਆ ਨੁਮਾਇੰਦੇ ਇੱਥੇ ਅੰਮ੍ਰਿਤਸਰ ਵਿੱਚ ਆਉਣਗੇ ਤੇ ਵੱਖ-ਵੱਖ ਪੰਜਾਬ ਵਿੱਚ ਵੀ ਇਹਨਾਂ ਦੀਆਂ ਮੀਟਿੰਗਾਂ ਹੋਣਗੀਆਂ। ਲੰਬੇ ਸਮੇਂ ਤੋਂ ਮਨੁੱਖੀ ਜੀਵਨ ਦਾ ਘਾਣ ਹੋ ਰਿਹਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀ ਸਟੈਂਡ ਲਿਆ ਜਾ ਰਿਹਾ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਨੀ ਕਿ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੂਗੀ ਉਹ ਅਸੀਂ ਪਹੁੰਚਾਵਾਂਗੇ, ਪਰ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਦੇਸ਼ ਵਿੱਚ ਉਹ ਕਰ ਰਹੇ ਨੇ ਜਾਂ ਜਿਹੜੇ ਖਿੱਤੇ 'ਚ ਕਰ ਰਹੇ ਹੈ, ਇਹ ਖਿੱਤਾ ਜਿਹੜਾ ਹੈਗਾ ਇਹ ਖਾਲਸਾ ਰਾਜ ਦਾ, ਖਾਲਿਸਤਾਨ ਦਾ ਏਰੀਆ। ਇੱਥੇ ਜਿਹੜੇ ਆਗੂ ਜਿਹੜੇ ਸਿੱਖ ਕੌਮ ਲਈ ਲੜਦੇ ਨੇ ਪਿਛਲੇ ਸਮਿਆਂ ਤੋਂ ਲਾ ਕੇ, ਉਹਨਾਂ ਗੱਲ ਜਾਂ ਤਾਂ ਅਲੱਗ ਮੀਟਿੰਗ ਦਾ ਪ੍ਰਬੰਧ ਕਰਨ ਉਹ ਦੇਸ਼ ਆ ਕੇ, ਇਹ ਜਿਹੜੇ ਸੈਂਟਰ ਵਾਲੇ ਨੇ ਜਾਂ ਤਾਂ ਇਹਨਾਂ ਗੱਲ ਦਿੱਲੀ ਉਹ ਕਰ ਲੈਂਦੇ। ਇਸ ਕਰਕੇ ਇਹ ਜਿਹੜੇ G20 ਦਾ ਜਿਹੜਾ ਆਪ ਜੀ ਗੱਲ ਕਰਦੇ ਹੋ ਜਿਹੜਾ ਹੋ ਰਿਹਾ ਹੈ, ਇਹ ਅਸੀਂ ਸੰਗਤਾਂ ਨੂੰ ਇਹ ਵੀ ਇੱਕ ਅਪੀਲ ਵੀ ਕਰਦੇ ਹਾਂ, ਜਦੋਂ ਪੰਜਾਬ ਦੇ ਵਿੱਚ ਬਿਲ ਕਲਿੰਟਨ ਤੇ ਹਿਲੇਰੀ ਕਲਿੰਟਨ, ਇਹ ਜਿਹੜਾ ਇਹਨਾਂ ਦਾ ਅਮਰੀਕਾ ਵਾਲੇ ਸਾਰੇ ਜਥੇਬੰਦੀ ਆਈ ਸੀ ਨਾ, ਇਹਨਾਂ ਨੇ ਸਾਡੇ 38 ਸਿੱਖ ਚਿੱਠੀ ਸਿੰਘਪੁਰਾ ਦੇ ਵਿੱਚ ਏਜੰਸੀਆਂ ਤੋਂ ਕਤਲ ਕਰਵਾਤੇ ਸੀ, ਉਹਨਾਂ ਨੂੰ ਦਿਖਾਉਣ ਲਈ ਕਿ ਇਹ ਮੁਸਲਮਾਨ ਕੌਮ ਸਿੱਖਾਂ ਨੂੰ ਮਾਰਦੀ ਹੈ। ਇਹਨਾਂ ਨੇ ਆਪਣੀਆਂ ਏਜੰਸੀਆਂ ਤੋਂ ਕਰਵਾਇਆ ਸੀ। ਹੁਣ ਵੀ ਇਹ ਆਪਣੀਆਂ ਏਜੰਸੀਆਂ ਤੋਂ ਨੁਕਸਾਨ ਕਰਵਾ ਸਕਦੇ ਆ ਸਿੱਖਾਂ ਦਾ, ਇੱਕ ਦੂਜੇ ਦਾ। ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਹੈ, ਇਹ ਜਿਹੜਾ ਬਿਸ਼ਨੋਈ ਜਾਂ ਕੋਈ ਜੇਲ੍ਹ 'ਚ ਹੈ, ਜਿਹਨੇ ਭਾਈ ਸਿੱਧੂ ਮੂਸੇਵਾਲਾ ਦਾ ਕਤਲ ਕਰਾਉਣ ਦੇ ਵਿੱਚ ਹੱਥ ਹੈ। ਦੇਖੋ ਜੇਲ੍ਹ ਦੇ ਵਿੱਚ ਉਹਦੀ ਇੱਕ ਵੀਡੀਓ ਵਾਇਰਲ ਕਰਾ ਰਹੇ ਨੇ। ਬਿਲਕੁਲ ਗੈਰ ਕਾਨੂੰਨੀ ਕੰਮ ਇਹ ਸਰਕਾਰਾਂ ਇੱਥੇ ਭਰਾ ਮਾਰੂ ਜੰਗ ਕਰਾ ਰਹੀਆਂ ਨੇ। ਖਾਲਸੇ ਦੇ ਮੂਹਰੇ ਐਦਾਂ ਕੁਛ ਨਹੀਂ ਕਿ ਉਹ ਤਾਂ ਜਿਵੇਂ ਮਰਜ਼ੀ ਇੱਥੇ ਇੱਕ ਦੂਜੇ ਨਾਲ ਭਾਈਚਾਰੇ ਨਾਲ ਰਹਿ ਲਓ। ਜੇ ਸਾਨੂੰ ਕਿਸੇ ਸਰਕਾਰਾਂ ਦੇ ਸੰਦ ਬਣ ਕੇ ਸਿੱਖੀ ਦਾ ਕਤਲੇਆਮ ਕਰਨਾ ਚਾਹਣਗੇ ਨਾ, ਤਾਂ ਸਿੱਖਾਂ ਨੇ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ, ਇਹ ਆਪਣਾ ਜਵਾਬ ਦੇਣ ਜਾਣਦੇ ਆ। ਅਬਦਾਲੀ ਵਰਗਿਆਂ ਨੂੰ, ਬੇਅੰਤ ਬੁੱਚੜ ਵਰਗਿਆਂ ਨੂੰ ਇੱਥੇ ਦਿੱਤੇ ਆ ਜਵਾਬ। ਭਾਈ ਅੰਮ੍ਰਿਤਪਾਲ ਸਿੰਘ ਦੇ ਲਾਇਸੈਂਸੀ ਹਥਿਆਰ ਜਿਹੜੇ ਆ ਉਹ ਰੱਦ ਕਰਾਉਣ ਦੀ ਮੰਗ ਉੱਠ ਰਹੀ ਆ। ਜੇ ਅਗਰ ਉਹ ਹਥਿਆਰ ਜਿਹੜੇ ਰੱਦ ਹੋ ਜਾਂਦੇ ਆ ਤੇ ਫਿਰ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਬਣ ਸਕਦਾ? ਬਿਲਕੁਲ ਜੀ। ਹੁਣ ਦੇਖੋ ਭਾਈ ਜਿਹੜਾ ਸਿੱਧੂ ਮੂਸੇਵਾਲਾ ਹੈ, ਉਹਦਾ ਇਹਨਾਂ ਨੇ ਹਥਿਆਰ ਵਾਪਸ ਸਿਕਿਉਰਿਟੀ ਲਈ, ਉਹਨੂੰ ਜਨਤਕ ਕੀਤਾ। ਇਹਨਾਂ ਦੇ ਪੰਨੂ ਜਿਹੜਾ ਸਰਕਾਰੀ ਇੱਕ ਪ੍ਰੈਸ ਦਾ ਹੈਗਾ ਇਹਨਾਂ ਦਾ, ਭਗਵੰਤ ਮਾਨ ਦੀ ਸਰਕਾਰ ਦਾ, ਉਹਨਾਂ ਦਾ ਹਮਲਾ ਕਰਨ ਦਾ ਹਿਉਂ ਪੈ ਗਿਆ। ਉਹਨਾਂ ਨੇ ਦੇਖ ਲਿਆ, ਹੋ ਸਕਦਾ ਸਰਕਾਰਾਂ ਨੇ ਵੀ ਉਹਨਾਂ ਤੱਕ ਪਹੁੰਚਾਈ ਹੈ, ਕਿਉਂਕਿ ਇਹ ਤਾਂ ਗੱਲ ਕਲੀਅਰ ਹੈ। ਹੁਣ ਜੇ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ 'ਚ ਕਰਦੇ ਨੇ ਤਾਂ ਕਲੀਅਰ ਹੈ ਸਿੱਧੂ ਮੂਸੇਵਾਲੇ ਨੂੰ ਸਰਕਾਰਾਂ ਨੇ ਹੀ ਕਰਾਇਆ। ਪਹਿਲਾਂ ਉਹਦੀ ਸਿਕਿਉਰਿਟੀ ਵਾਪਸ ਲਓ ਜੀ, ਫਿਰ ਉਹਨੂੰ ਜਨਤਕ ਕਰੋ, ਫਿਰ ਉਹਨਾਂ ਦਾ ਰਾਹ ਖੋਲ੍ਹ ਦਿਓ। ਇਹਨਾਂ ਸਰਕਾਰੀ ਕਤਲ ਨੇ ਇਹ, ਜਿਵੇਂ ਭਾਈ ਦੀਪ ਸਿੱਧੂ ਦਾ ਹੋਇਆ, ਉਹਨਾਂ ਦੇ ਇੱਥੇ ਗੋਲੀ ਵੱਜੀ ਹੋਈ ਸੀ ਸਿੱਧੀ। ਬਿਲਕੁਲ ਇਹਨਾਂ ਨੇ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕਰੀ ਹੈ। ਫਿਰ ਰੀਨਾ ਰਾਏ ਹੁਣ ਜਦੋਂ ਉਹਦੀ ਬਰਸੀ ਉਦੋਂ ਆਉਂਦੀ ਹੈ, ਸਰਕਾਰਾਂ ਨੇ ਪਹਿਲਾਂ ਵਾਪਸ ਭਜਾ ਦਿੰਦੀ ਹੈ। ਇਹ ਸਾਰੀਆਂ ਸਰਕਾਰ ਦੀਆਂ ਚਾਲਾਂ ਨੇ, ਇਹ ਬਹੁਤੀ ਦੇਰ ਚੱਲਣੀਆਂ ਨਹੀਂ। ਜੇ ਸਰਕਾਰ ਇਹੋ ਜਿਹਾ ਨੁਕਸਾਨ ਸਿੱਖਾਂ ਦਾ ਕੋਈ ਕਰਵਾਉਣ ਦੀ ਕੋਸ਼ਿਸ਼ ਕਰੂਗੀ ਤਾਂ ਬਹੁਤ ਇਹਨਾਂ ਨੂੰ ਨਤੀਜੇ ਭਿਆਨਕ ਭੁਗਤਣੇ ਪੈਣਗੇ। ਨਹੀਂ ਕਰਨਾ ਚਾਹੀਦਾ। ਠੀਕ ਆ, ਜੇ ਕੋਈ ਵੀ ਸਰਕਾਰ ਵੋਟਾਂ ਜਿੱਤਦੀ ਆਪਣਾ ਰਾਜ ਕਰੇ, ਪਰ ਹੇਰਾਫੇਰੀ ਕਰਕੇ ਨਾ ਇਹ ਜੇ ਪੰਜਾਬ ਦੇ ਵਿੱਚ ਕਤਲੇਆਮ ਕਰਾਉਣੀ, ਰਾਸ਼ਟਰਪਤੀ ਰਾਜ ਦੀਆਂ ਗੱਲਾਂ ਕਰਨੀਆਂ, ਇਹ ਬਿਲਕੁਲ ਇਹਨਾਂ ਨੂੰ ਖਤਰਾ ਬਣ ਗਿਆ ਕਿਤੇ ਨਾ ਕਿਤੇ। ਲਖਵੀਰ ਜੀ, ਜਿਸ ਤਰ੍ਹਾਂ ਆਪਾਂ ਮਜ਼ਬੂਤੀ ਲਈ ਕੌਮੀ ਇਨਸਾਫ ਮੋਰਚੇ ਦੀ ਮਜ਼ਬੂਤੀ ਲਈ ਜਿਹੜੀਆਂ ਅੱਜ ਵੀ ਸੰਗਤਾਂ ਇੱਥੇ ਪਹੁੰਚ ਨਹੀਂ ਰਹੀਆਂ, ਅੱਜ ਵੀ ਘਰਾਂ ਵਿੱਚ ਬੈਠੀਆਂ ਨੇ, ਸੁੱਖ ਸਹੂਲਤਾਂ ਲੈ ਰਹੀਆਂ ਨੇ, ਕੀ ਕਾਰਨ? ਉਹਨਾਂ ਨੂੰ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ? ਪਹਿਲਾਂ ਸੰਗਤਾਂ ਕਹਿੰਦੀਆਂ ਸੀ, ਸੰਗਤਾਂ ਦਾ ਰੋਸ ਸਾਡੇ ਕੋਲੇ ਆਉਂਦਾ ਸੀ ਕਿ ਵਿੱਚ ਕਾਮਰੇਡ ਬੜੇ ਹੋਏ ਨੇ ਮੋਰਚੇ ਦੇ ਵਿੱਚ, ਮੈਂਬਰਾਂ ਦੇ ਵਿੱਚ। ਹੁਣ ਤਾਂ ਦੇਖੋ, ਹੁਣ ਤਾਂ ਸੰਗਤਾਂ ਦਾ ਸੁਨੇਹਾ ਵੀ ਅੱਗੇ ਪਹੁੰਚ ਗਿਆ, ਉਹ ਜੱਗ ਜ਼ਾਹਰ ਹੋ ਗਏ ਕਾਮਰੇਡ। ਹੁਣ ਤਾਂ ਉਹ ਵੀ ਚਲੇ ਗਏ। ਸੰਗਤਾਂ ਬਹੁਤ ਗਿਣਤੀ 'ਚ ਆਉਂਦੀਆਂ ਸੀ, ਹੁਣ ਵੀ ਆ ਰਹੀਆਂ। ਪਰ ਅਸੀਂ ਕਹਿੰਦੇ ਹਾਂ ਕਿ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਆਓ। ਆਪਾਂ ਜਦੋਂ ਇੱਥੇ ਆਪਣਾ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਊਗਾ, ਜਿਸ ਤਰ੍ਹਾਂ ਕਿਸੇ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਆਵਾਜ਼ ਦਿੱਤੀ ਤੇ ਕਿ ਜਦੋਂ ਆਪਣਾ ਇਕੱਠ ਵਾਲੇ ਤੋਂ ਜਲੰਧਰ ਤੱਕ ਲਾਈਨਾਂ ਲੱਗਣਗੀਆਂ ਤਾਂ ਸਰਕਾਰਾਂ ਨੂੰ ਨੱਕ 'ਚ ਦਮ ਕਰਕੇ ਆਪਣੇ ਮੰਗਾਂ ਬਣਾਵਾਂਗੇ ਨਾ। ਅੱਜ ਉਹ ਸਮਾਂ ਹੈ, ਇੱਥੇ ਆ ਕੇ ਆਪਾਂ ਨੂੰ
ਜਲੰਧਰ ਤੱਕ ਇਹ ਲਾਈਨਾਂ ਲਾਉਣੀਆਂ ਪੈਣੀਆਂ। ਜੇ ਆਪਾਂ ਸਰਕਾਰ ਦੇ ਨਾਲ ਜਿਹੜੀਆਂ ਗੱਲਾਂ ਕੋਈ ਆਪਾਂ ਨੇ ਕਰਦੇ ਆ ਉਹ ਨਹੀਂ ਕਰਨੀਆਂ ਚਾਹੀਦੀਆਂ ਸਾਡੇ ਆਗੂਆਂ ਨੂੰ ਵੀ। ਜਦੋਂ ਆਪਣਾ ਇੱਥੇ ਇਕੱਠ ਹੋ ਗਿਆ, ਪ੍ਰੈਸ਼ਰ ਹੋ ਗਿਆ ਨਾ, ਸਰਕਾਰਾਂ ਦੀ ਮਜਬੂਰੀ ਬਣ ਜਾਣੀ ਹੈ ਸਿੰਘਾਂ ਦੀ ਰਿਹਾਈ ਕਰਨੀ, ਜੋ ਵੀ ਮਸਲੇ ਆਪਣੇ ਰੱਖੇ ਹੋਏ ਉਹਨਾਂ ਨੂੰ ਹੱਲ ਕਰਨਾ। ਕਿਉਂਕਿ ਜਦੋਂ ਆਪਾਂ ਬਿਨਾਂ ਮਤਲਬ ਤੇ ਗੱਲ ਕਰਨ ਤੁਰ ਪਈਏ ਨਾ ਉਹਨਾਂ ਗੱਲ, ਫਿਰ ਉਹ ਭਾਰੂ ਪੈ ਜਾਂਦੇ ਆ, ਉਹ ਬਦਨਾਮ ਕਰਦੇ ਨੇ ਕਿ ਜੀ ਹੁਣ ਮੋਰਚੇ ਦਾ ਫੈਸਲਾ ਹੋ ਗਿਆ, ਫਲਾਣਾ ਹੋ ਗਿਆ। ਜਦੋਂ ਇੱਥੇ ਇਕੱਠ ਹੋ ਗਏ ਲੱਖਾਂ ਦੇ, ਸਰਕਾਰਾਂ ਨੇ ਆਪੇ ਅੱਖਾਂ ਖੁੱਲ੍ਹ ਜਾਣੀਆਂ। ਉਹ ਬੰਦੀ ਸਿੰਘ ਜਿਹੜੇ ਆਪਾਂ ਦਾ ਜਿਹੜਾ ਇਹਨਾਂ ਦੇ ਭਾਰਤ ਦਾ, ਇਹਨਾਂ ਦੇ ਦੇਸ਼ ਦਾ ਕਾਨੂੰਨ ਕਹਿੰਦਾ ਹੈ ਕਿ ਭਾਈ ਆਹ ਕਾਨੂੰਨ ਇੰਨੇ ਸਾਲ ਦੀ ਸਜ਼ਾ, ਆਪਾਂ ਤਾਂ ਉਹਦੇ ਹਿਸਾਬ ਨਾਲ ਇਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਆਪਾਂ ਮੰਗਾਂ ਰੱਖੀਆਂ ਹੋਈਆਂ। ਆਪਾਂ ਆਓ, ਸੰਗਤਾਂ ਨੂੰ ਸਾਡੀ ਅਪੀਲ ਹੈ ਵੱਧ ਤੋਂ ਵੱਧ ਆਪਾਂ ਇੱਥੇ ਇਕੱਠ ਕਰੀਏ। ਹੁਣ ਤਾਂ ਕਾਮਰੇਡ ਵੀ ਭੱਜ ਗਏ, ਆਪਣੇ ਆਪੇ ਭੱਜ ਗਏ ਇੱਥੋਂ। ਜੋ ਵੀ ਹੋਇਆ, ਜੋ ਬਿੱਲੀ ਥੈਲਿਓਂ ਬਾਹਰ ਆਈ ਹੈ, ਹੁਣ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਜਾਂ ਇਨਸਾਫ ਪਸੰਦ ਜਥੇਬੰਦੀਆਂ ਨੂੰ ਇੱਥੇ ਆ ਕੇ ਮੋਰਚੇ ਦਾ ਆਪ ਆ ਕੇ ਨਿਗਰਾਨੀ ਰੱਖਣੀ ਚਾਹੀਦੀ ਹੈ। ਅਸੀਂ ਵੀ ਪਹਿਲੇ ਦਿਨ ਤੋਂ ਇੱਥੇ ਬੈਠੇ ਨਿਗਰਾਨੀ ਰੱਖ ਰਹੇ ਹਾਂ। ਜਿੰਨਾ ਵੀ ਅਸੀਂ ਸਾਡੇ ਮਦਦ ਹੁੰਦੀ ਹੈ ਜਥੇਦਾਰਾਂ ਨੂੰ ਫੋਨ ਕਰਕੇ ਬੁਲਾ ਰਹੇ ਹਾਂ। ਆਓ ਸਾਰੇ ਇਕੱਠੇ ਹੋਈਏ, ਆਪਾਂ ਸਰਕਾਰਾਂ ਦੇ ਗਲ ਦੇ ਵਿੱਚ ਗੂਠਾ ਦੇ ਕੇ ਆਪਾਂ ਆਪਣੀਆਂ ਮੰਗਾਂ ਬਣਵਾਈਏ। ਇੰਨੀਆਂ ਸਾਡੀਆਂ ਬੇਨਤੀਆਂ ਜੀ। ਵਾਹਿਗੁਰੂ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਲਵਿੰਦਰ ਸਿੰਘ ਕੋਟਲਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਫਿਰ ਨਵੀਂ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।